Hello dear students, how are you all? Dear students, our today's activity is based on the topic laws of multiple reflections. Means ਅੱਜ ਦੀ ਸਾਡੀ ਜੋ ਕਿਰਿਆ ਹੈ ਉਹ ਪ੍ਰਕਾਸ਼ ਦੇ ਬਹੁ ਪਰਿਵਰਤਨ ਨਾਲ ਸੰਬੰਧਿਤ ਹੈ ਤੇ ਵਿਦਿਆਰਥੀਓ ਪ੍ਰਕਾਸ਼ ਦੇ ਪਰਿਵਰਤਨ ਬਾਰੇ ਤੁਸੀਂ ਆਲਰੇਡੀ ਜਾਣਦੇ ਹੋਵੋਗੇ ਕਿ ਜਦੋਂ ਲਾਈਟ ਯਾਨੀ ਕਿ ਪ੍ਰਕਾਸ਼ ਕਿਸੇ ਰਿਫਲੈਕਟਰ ਦੀ ਸਤ੍ਹਾ ਦੇ ਉੱਪਰ ਪੈਂਦਾ ਹੈ ਤਾਂ ਉਹ ਉਸੇ ਮਾਧਿਅਮ ਦੇ ਵਿੱਚ ਦੁਬਾਰਾ ਮੁੜ ਜਾਂਦਾ ਹੈ ਜਿਸ ਨੂੰ ਅਸੀਂ ਪ੍ਰਕਾਸ਼ ਦਾ ਪਰਿਵਰਤਨ ਆਖਦੇ ਹਾਂ। ਮੀਨਸ ਬੈਂਡਿੰਗ ਆਫ ਲਾਈਟ ਇਨਟੂ ਦੀ ਸੇਮ ਮੀਡੀਅਮ when it fall on the surface of any reflector, ठीक है, this is known as reflection of light। ठीक है, तो इस reflection of light ਦੇ ਕਰਕੇ ਹੀ ਬੱਚੋ ਅਸੀਂ ਕੋਈ ਵੀ ਵਸਤੂ ਨੂੰ ਦੇਖ ਸਕਦੇ ਹਾਂ ਤੇ ਵਿਦਿਆਰਥੀਓ ਸਾਡਾ ਫੇਸ ਜਿਹੜਾ ਹੈ ਮਿਰਰ ਦੇ ਵਿੱਚ ਜਦੋਂ ਦਿਖਾਈ ਦਿੰਦਾ ਹੈ ਉਹ ਵੀ ਬੱਚੋ ਪ੍ਰਕਾਸ਼ ਦੇ ਪਰਿਵਰਤਨ ਦੇ ਕਾਰਨ ਹੀ ਹੁੰਦਾ ਹੈ। ਠੀਕ ਹੈ, ਤੇ ਬੱਚੋ ਇੰਨਾ ਯਾਦ ਰੱਖਣਾ ਹੈ ਕਿ ਜਦੋਂ ਤੁਸੀਂ ਦੇਖ ਸਕਦੇ ਹੋ ਤੁਹਾਡੇ ਘਰ ਦੇ ਵਿੱਚ ਵੀ ਮਿਰਰ ਲੱਗੇ ਹੁੰਦੇ ਨੇ ਤੇ ਜੇ ਤੁਸੀਂ ਆਪਣਾ ਫੇਸ ਉਸ ਮਿਰਰ ਦੇ ਵਿੱਚ, ਜੇ ਉਹ ਸਿੰਗਲ ਮਿਰਰ ਹੈ ਤਾਂ ਉਹਦੇ ਵਿੱਚੋਂ ਬੱਚੋ ਤੁਹਾਡਾ ਸਿਰਫ ਇੱਕ ਹੀ ਫੇਸ ਜਿਹੜਾ ਉਹ ਦਿਖਾਈ ਦਿੰਦਾ ਹੈ। ਠੀਕ ਹੈ, ਤੇ ਜੇ ਬੱਚੋ ਦੋ ਮਿਰਰ ਹੋ ਜਾਣਗੇ ਫਿਰ ਸਾਡੇ ਕਿੰਨੇ ਇਮੇਜ ਦਿਖਾਈ ਦੇਣਗੇ ਕਿ ਦੋ ਦਿਖਾਈ ਦੇਣਗੇ। ਇਹਨਾਂ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਅਸੀਂ ਇਸ ਐਕਟੀਵਿਟੀ ਦੇ ਵਿੱਚ ਲੱਭਣੇ ਹਨ। ਠੀਕ ਹੈ, तो ਆਓ ਇਹ ਐਕਟੀਵਿਟੀ ਕਰਦੇ ਹਾਂ ਜੋ ਕਿ ਪ੍ਰਕਾਸ਼ ਦੇ ਬਹੁ ਪਰਿਵਰਤਨ ਨਾਲ ਸੰਬੰਧਿਤ ਹੈ। ਠੀਕ ਹੈ, ਇਸ ਲਈ ਸਾਡਾ ਸੈਟਅਪ ਕੀ ਹੈ, ਸਾਡੇ ਕੋਲ ਇਸ ਤਰ੍ਹਾਂ ਦੋ ਮਿਰਰ ਨੇ। ਠੀਕ ਹੈ, ਕਿੰਨੇ ਮਿਰਰ ਨੇ? ਦੋ। ਮੈਂ ਤੁਹਾਨੂੰ ਦਿਖਾ ਦਿੰਦਾ। ਮੈਂ ਇਹ ਦੋ ਮਿਰਰ ਜਿਹੜੇ ਨੇ ਇਹਨੂੰ ਸੈਟਅਪ ਕਿਸ ਤਰ੍ਹਾਂ ਕੀਤਾ ਹੈ, ਇੱਕ ਲੱਕੜੀ ਦੇ ਬੋਰਡ ਦੇ ਉੱਪਰ ਲਗਾ ਦਿੱਤੇ ਨੇ ਤੇ ਨਾਲ ਇਹਨੂੰ ਵਿੱਚੋਂ ਇੱਕ ਇੱਥੇ ਕਬਜੇ ਦੇ ਨਾਲ ਇਹਨਾਂ ਦੋ ਮਿਰਰ ਨੂੰ ਅਸੀਂ ਜੋੜਿਆ ਹੈ ਤਾਂ ਕਿ ਇਹ ਦੋਨੋਂ ਮਿਰਰ ਜਿਹੜੇ ਨੇ ਮੂਵੇਬਲ ਹੋਣ। ਠੀਕ ਹੈ, ਤੇ ਉਸ ਤੋਂ ਬਾਅਦ ਐਂਗਲ ਦੀ ਪੋਜੀਸ਼ਨ ਦੇਖਣ ਲਈ, ਕਿਉਂਕਿ ਅਸੀਂ ਇਹਦੇ ਵਿੱਚ ਦੇਖਾਂਗੇ ਕਿ ਦੋ ਮਿਰਰ ਦੇ ਵਿੱਚ ਸਿਰਫ ਦੋ ਇਮੇਜ ਨਹੀਂ ਬਣਦੇ, ਉਹ ਇਮੇਜ ਜਿਹੜੇ ਨੇ ਪ੍ਰਤੀਬਿੰਬ ਜਿਹੜੇ ਨੇ ਉਹ ਡਿਪੈਂਡ ਕਰਦਾ ਹੈ ਕਿ ਉੱਥੇ ਉਹਨਾਂ ਦੋਨਾਂ ਮਿਰਰ ਦੇ ਵਿਚਕਾਰ ਐਂਗਲ ਕਿੰਨਾ ਹੈ। ਠੀਕ ਹੈ, ਉੱਤੇ ਡਿਪੈਂਡ ਕਰਦਾ ਹੈ। ਤੇ ਵਿਦਿਆਰਥੀਓ ਇਸ ਲਈ ਅਸੀਂ ਕੀ ਹੈ ਉਹਨਾਂ ਐਂਗਲ ਦੀ ਪੋਜੀਸ਼ਨ ਜਾਣਨ ਲਈ ਅਸੀਂ ਇਦਾਂ ਇੱਕ ਡੀ ਲਗਾ ਦਿੱਤੀ ਹੈ। ਤਾਂ ਆਓ ਪਹਿਲਾਂ ਸੈਟਅਪ ਦੇਖਦੇ ਹਾਂ ਤੇ ਫਿਰ ਉਸ ਤੋਂ ਬਾਅਦ ਅਸੀਂ ਇਹ ਐਕਟੀਵਿਟੀ ਜਿਹੜੀ ਆ ਉਹ ਪਰਫਾਰਮ ਕਰਾਂਗੇ। ਸੋ ਵਿਦਿਆਰਥੀਓ ਇਸ ਵਿੱਚ ਅਸੀਂ ਕੀਤਾ ਦੋ ਮਿਰਰ ਲਏ ਨੇ, ਇਹਨਾਂ ਮਿਰਰ ਨੂੰ ਕਬਜੇ ਦੀ ਹੈਲਪ ਦੇ ਨਾਲ ਇਸ ਤਰ੍ਹਾਂ ਇਹ ਇੱਕ ਮਿਰਰ ਨੂੰ ਫਿਕਸ ਕਰ ਦਿੱਤਾ ਹੈ ਤੇ ਦੂਸਰਾ ਜਿਹੜਾ ਉਹ ਅਸੀਂ ਮੂਵੇਬਲ ਬਣਾ ਲਿਆ। ਠੀਕ ਹੈ, ਐਂਗਲ ਦੀ ਪੋਜੀਸ਼ਨ ਜਾਣਨ ਲਈ ਵਿਦਿਆਰਥੀਓ ਅਸੀਂ ਇੱਥੇ ਕੀ ਹੈ ਇੱਕ ਪੇਪਰ ਦੇ ਨਾਲ ਡੀ ਦੀ ਫਾਰਮ ਦੇ ਵਿੱਚ ਇਸ ਪੇਪਰ ਨੂੰ ਕੱਟ ਲਿਆ ਹੈ ਤੇ ਉਹਦੇ ਉੱਪਰ ਬੱਚੋ 0 ਡਿਗਰੀ 10 ਡਿਗਰੀ 20 ਡਿਗਰੀ 30 ਸੋ ਔਨ ਅਪ ਟੂ 90 ਡਿਗਰੀ ਫਿਰ ਉਸ ਤੋਂ ਬਾਅਦ ਇਹੀ ਐਂਗਲ ਜਿਹੜੇ ਨੇ 180 ਡਿਗਰੀ ਤੱਕ ਇੱਥੇ ਜਾ ਰਹੇ ਨੇ। ਮਤਲਬ ਇਹ ਦੋ ਮਿਰਰ ਜਿਹੜਾ ਇਹ ਸੈਟਅਪ ਪਿਆ ਹੋਇਆ ਇਸ ਦੇ ਵਿੱਚ ਦੋ ਮਿਰਰ ਜਿਹੜੇ 180 ਡਿਗਰੀ ਐਂਗਲ ਦੇ ਉੱਪਰ ਪਏ ਹੋਏ ਨੇ। ਠੀਕ ਹੈ, ਇਸੇ ਤਰ੍ਹਾਂ ਵਿਦਿਆਰਥੀਓ ਸਾਨੂੰ ਐਂਗਲ ਦੀ ਕਨਫਿਊਜ਼ਨ ਨਾ ਹੋਵੇ ਇਹ ਕੰਮ ਜ਼ਰੂਰ ਕਰਨਾ ਹੈ ਕਿ ਤੁਸੀਂ ਇਤੋਂ ਦੁਬਾਰਾ ਇਥੋਂ 180 ਤੋਂ ਇਹਨੂੰ 0 ਐਂਗਲ ਬਣਾ ਦੇਣਾ ਹੈ, ਫਿਰ ਰਿਵਰਸੀਬਲ ਆਰਡਰ ਦੇ ਵਿੱਚ 10 20 30 ਸੋ ਔਨ ਅਪ ਟੂ 180 ਡਿਗਰੀ ਜਿਹੜਾ ਐਂਗਲ ਇਹ ਤੁਸੀਂ ਲੈ ਜਾਣੇ ਨੇ। ਠੀਕ ਹੈ, ਤਾਂ ਦੋਨੋਂ ਸਾਈਡ ਤੋਂ ਤੁਸੀਂ ਐਂਗਲ ਜਿਹੜੇ ਉਹ ਮੇਜ਼ਰ ਕਰ ਸਕਦੇ ਹੋ ਤਾਂ ਕਿ ਸਾਡੀ ਐਂਗਲ ਦੀ ਕਨਫਿਊਜ਼ਨ ਜਿਹੜੀ ਆ ਉਹ ਕੋਈ ਨਾ ਰਵੇ। ਠੀਕ ਹੈ, ਤੋਂ ਵਿਦਿਆਰਥੀਓ ਸਭ ਤੋਂ ਪਹਿਲਾਂ ਤੇ ਅਸੀਂ ਇੱਥੇ ਮਿਰਰ ਆਬਜੈਕਟ ਨੂੰ ਮਿਰਰ ਦੇ ਸਾਹਮਣੇ, ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ ਕਿ ਆਬਜੈਕਟ ਹਮੇਸ਼ਾ ਇਹਨਾਂ ਦੋਨੋਂ ਐਂਗਲ ਜਿੰਨਾ 180 ਦਾ ਬਾਈਸੈਕਟਰ ਜਿਹੜਾ ਹੈ 90 ਹੋਏਗਾ। ਠੀਕ ਹੈ, ਤਾਂ ਉਹਦੇ ਬਾਈਸੈਕਟਰ ਐਂਗਲ ਦੇ ਉੱਪਰ ਰੱਖਣਾ ਹੁੰਦਾ ਹੈ ਯਾਨੀ ਕਿ ਸੈਂਟਰ ਦੇ ਵਿੱਚ। ਠੀਕ ਹੈ, ਤਾਂ ਆਬਜੈਕਟ ਅਗਰ ਅਸੀਂ ਇਦਾਂ ਸੈਂਟਰ ਦੇ ਵਿੱਚ ਰੱਖਦੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਐਂਗਲ ਜਿਹੜਾ ਹੈ ਉਹ 180 ਡਿਗਰੀ ਹੈ ਤੇ ਇਮੇਜ ਜਿਹੜਾ ਉਹ ਇੱਕ ਇਮੇਜ ਹੀ ਇੱਥੇ ਫਾਰਮ ਹੋ ਰਿਹਾ ਹੈ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਮੇਰੀ ਉਂਗਲ ਵੀ ਜਿਹੜੀ ਹੈ, ਫਿੰਗਰ ਵੀ ਜਿਹੜੀ ਹੈ, ਉਹਦਾ ਵੀ ਇੱਕ ਹੀ ਪ੍ਰਤੀਬਿੰਬ ਜਿਹੜਾ ਉਹ ਦਿਖਾਈ ਦੇ ਰਿਹਾ ਹੈ। ਉਸ ਤੋਂ ਬਾਅਦ ਅਸੀਂ ਇਹੀ ਐਂਗਲ ਨੂੰ 120 ਡਿਗਰੀ ਐਂਗਲ ਤੇ ਘੁਮਾ ਦਾਂਗੇ। ਠੀਕ ਹੈ, ਕਿੰਨੇ ਡਿਗਰੀ ਤੇ? 120 ਡਿਗਰੀ ਤੇ। ਹੁਣ ਤੁਸੀਂ ਇਹਦਾ ਬਾਈਸੈਕਟਰ 60 ਹੋ ਜਾਣਾ, ਤਾਂ 60 ਤੇ ਆਬਜੈਕਟ ਰੱਖੀਏ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਬੱਚੋ ਦੋ ਪ੍ਰਤੀਬਿੰਬ ਜਿਹੜੇ ਨੇ ਉਹ ਤੁਹਾਨੂੰ ਇਸ ਕੈਰਮ ਦੀ ਗੀਟੀ ਦੇ ਦਿਖਾਈ ਦੇ ਰਹੇ ਨੇ। ਠੀਕ ਹੈ, ਕਿੰਨੇ ਇਮੇਜ? ਦੋ ਇਮੇਜ, ਦੋ ਪ੍ਰਤੀਬਿੰਬ ਦਿਖਾਈ ਦੇ ਰਹੇ ਨੇ। ਸਿਮਿਲਰਲੀ ਵੀ ਵਿਲ ਮੂਵ ਦਿਸ ਮਿਰਰ ਯਾਨੀ ਕਿ ਇਹਨਾਂ ਦੋਨਾਂ ਦੇ ਵਿਚਕਾਰ ਐਂਗਲ ਜਿਹੜਾ ਹੈ ਉਹ ਅਸੀਂ 90 ਡਿਗਰੀ ਕਰ ਦਾਂਗੇ ਤਾਂ 90 ਡਿਗਰੀ ਦੇ ਹੋਣ ਦੇ ਨਾਲ ਹੀ ਤੁਹਾਨੂੰ ਤਿੰਨ ਪ੍ਰਤੀਬਿੰਬ ਜਿਹੜੇ ਆ ਉਹ ਦਿਖਾਈ ਦੇ ਰਹੇ ਆ ਤੇ ਆਬਜੈਕਟ ਅਸੀਂ ਕੀ ਆ 45 ਡਿਗਰੀ ਐਂਗਲ ਦੇ ਉੱਪਰ ਯਾਨੀ ਕਿ ਬਾਈਸੈਕਟਰ ਐਂਗਲ ਦੇ ਉੱਪਰ ਰੱਖੀ ਹੋਈ ਹੈ। ਠੀਕ ਹੈ, ਤੁਸੀਂ ਦੇਖ ਸਕਦੇ ਹੋ। ਓਕੇ, ਕਿੰਨੇ ਪ੍ਰਤੀਬਿੰਬ ਹੈ? ਤਿੰਨ ਪ੍ਰਤੀਬਿੰਬ। ਓਕੇ, ਉਸ ਤੋਂ ਬਾਅਦ ਅਸੀਂ ਇਹਨੂੰ 120 ਡਿਗਰੀ ਐਂਗਲ ਦੋਨਾਂ ਦੇ ਵਿਚਕਾਰ ਐਂਗਲ ਹੋਰ ਘਟਾਤਾ ਯਾਨੀ ਕਿ 60 ਡਿਗਰੀ ਦਾ ਹੋ ਗਿਆ। ਠੀਕ ਹੈ, 0 ਤੋਂ 60 ਡਿਫਰੈਂਸ ਦੇਖਿਆ। ਉਹ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਐਂਗਲ ਦੀ ਰਿਵਰਸੀਬਲ ਹੋਣ ਦਾ ਨਾਲ ਡਿਫਰੈਂਸ ਜਿਹੜਾ ਤੁਹਾਨੂੰ ਫਿਰ ਪਤਾ ਲੱਗ ਜਾਊਗਾ। ਤਾਂ 60 ਡਿਗਰੀ ਐਂਗਲ ਹੈ ਇਹ, ਨਾ ਕਿ 120। ਓਕੇ, ਤੇ ਇਹਦੇ ਵਿਚਕਾਰ ਜਦੋਂ ਹੁਣ ਆਬਜੈਕਟ ਰੱਖਾਂਗੇ ਹੁਣ ਤੁਸੀਂ ਕਿੰਨੇ ਇਮੇਜ ਦੇਖ ਸਕਦੇ ਹੋ? ਦੇਖੋ ਪਹਿਲਾਂ ਤੇ 1 2 ਉਸ ਤੋਂ ਬਾਅਦ ਤੀਸਰਾ ਉਹ ਹੋ ਗਿਆ, ਚੌਥਾ ਇਹ ਹੋ ਗਿਆ ਤੇ ਪੰਜਵਾਂ ਇਹ ਹੋ ਗਿਆ। ਤਾਂ 5 ਇਮੇਜ ਇੱਥੇ ਦਿਖਾਈ ਦੇ ਰਹੇ ਆ।
ਸਿਮਿਲਰਲੀ ਅਗਰ ਤੁਸੀਂ ਹੋਰ ਰਿਡਿਊਸ ਕਰਨਾ ਹੈ ਐਂਗਲ ਤਾਂ ਰਿਡਿਊਸ ਕਰਨ ਤੋਂ ਮੇਰੇ ਕੋਲੇ 60 ਡਿਗਰੀ ਤੱਕ ਹੀ ਜਾ ਸਕਦੇ ਨੇ, ਕਬਜ਼ਾ ਇਸ ਤਰ੍ਹਾਂ ਲੱਗਾ ਹੋਇਆ, ਠੀਕ ਹੈ। तो ਇਸ ਤਰ੍ਹਾਂ ਬੱਚੋ ਇਹ ਤੋਂ ਤੁਹਾਨੂੰ ਇਹ ਕਲੀਅਰ ਹੋ ਗਿਆ ਕਿ ਜਿੱਦਾਂ ਜਿੱਦਾਂ ਅਸੀਂ ਮਿਰਰ ਦੇ ਵਿਚਕਾਰ ਜਿਹੜਾ ਐਂਗਲ ਹੈਗਾ ਉਹ ਚੇਂਜ ਕਰ ਰਹੇ ਹਾਂ ਤਾਂ ਪ੍ਰਤੀਬਿੰਬ ਦੀ ਗਿਣਤੀ ਜਿਹੜੀ ਆ ਉਹ ਵੀ ਚੇਂਜ ਕਰਦੀ ਪਈ ਹੈ, ਠੀਕ ਹੈ। ਪਹਿਲਾਂ ਇੱਕ ਇਮੇਜ ਸੀ, ਇੱਕ ਇਹਦੇ ਵਿੱਚ ਇਮੇਜ ਬਣਦਾ ਪਿਆ ਸੀ ਜਦੋਂ 180 ਡਿਗਰੀ ਸੀ, ਫਿਰ ਉਸ ਤੋਂ ਬਾਅਦ ਉਹਦਾ ਐਂਗਲ ਜਿਹੜਾ ਚੇਂਜ ਕਰਕੇ 120 ਲੈ ਕੇ ਆਂਦਾ ਤੇ ਫਿਰ ਦੋ ਇਮੇਜ ਬਣ ਗਏ, ਠੀਕ ਹੈ। ਤੇ ਇਹ ਵਿੱਚੋਂ ਕਿਹਦੇ ਕਰਕੇ ਸੰਭਵ ਹੋਇਆ? ਪ੍ਰਕਾਸ਼ ਦੇ ਬਹੁ ਪਰਿਵਰਤਨ ਕਰਕੇ। ਐਕਚੁਅਲ ਦੇ ਵਿੱਚ ਇਹ ਆਬਜੈਕਟ ਇੱਥੇ ਇਮੇਜ ਬਣ ਗਿਆ, ਪਰ ਇਹ ਇਮੇਜ ਇਸ ਮਿਰਰ ਦੇ ਲਈ ਹੁਣ ਕੀ ਹੈ? ਆਬਜੈਕਟ ਬਣ ਚੁੱਕੀ ਹੈ ਜਿਸ ਦਾ ਪ੍ਰਤੀਬਿੰਬ ਇੱਧਰ ਬਣ ਰਿਹਾ, ਠੀਕ ਹੈ। ਤੋ ਵਿਦਿਆਰਥੀਓ ਇਹ ਪ੍ਰਕਾਸ਼ ਦਾ ਬਹੁ ਪਰਿਵਰਤਨ ਹੈ। ਹੁਣ ਕਿੰਨੇ ਇਮੇਜ ਬਣਨਗੇ ਉਹਦੇ ਲਈ ਵਿੱਚੋਂ ਹੁੰਦਾ ਹੈ ਫਾਰਮੂਲਾ। ਪਹਿਲੀ ਗੱਲ ਤੁਸੀਂ ਜਾਣ ਲਈ ਕਿ ਮਲਟੀਪਲ ਰਿਫਲੈਕਸ਼ਨ ਦੇ ਵਿੱਚ ਜਿਹੜੇ ਨੰਬਰ ਆਫ ਇਮੇਜ ਹੈਗੇ ਨੇ ਉਹ एंगल ते डिपेंड करते हैं, एंगल बिटवीन दी टू मिरर्स, एंड इट कैन बी कैलकुलेटेड फ्रॉम दी सिंपल फार्मूला। याद रखना कि नंबर ऑफ इमेज किन्ने प्रतिबिंब बन के उहदा फार्मूला है 360 बाय थीटा, थीटा जो कि एंगल सी, ठीक है, -1, ओके। जिवें कि असी 180 डिग्री का एंगल रखिया सी तो साडा इमेज नंबर ऑफ इमेजेस किन्ने बने सी? एक, है ना, एक बनिया सी। 360/180 -1, 0 ਨਾਲ 0 ਕੱਟ ਗਈ, 18 दूना 36, 2 ਵਿੱਚੋਂ 1 ਕੱਢੇ, 1 बचा, ठीक है। तो साड़ी आ सिचुएशन सीगी, रे डायग्राम साड़ी ये सीगी, ठीक है। मैं एक बार फिर दिखा देना तुहानू, इस तरह सामने बनी पई है, इनू ज़्यादा कोई एफर्ट करने की लोड़ नहीं। तो ये देखो एक ही इमेज इत्थे दिखाई दे रहा है। सिमिलरली अगर तुसी 120 का कीता सी, 360/120, 0 ਨਾਲ 0 ਕੱਟ गई तो 12 3 36, 3 - 1 किन्ने हो गए? 2 प्रतिबिंब इत्थे बन रहे ने। सिमिलरली 90 डिग्री का एंगल करते हैं, 0 ਨਾਲ 0 कट गई, 9 चौका 36, 4 4 - 1 किन्ने हो गए? 3, ठीक है। तो 90 डिग्री के किन्ने इमेज बनते हैं? 3 इमेज बनते हैं, ठीक है। आ देखो ये 3 इमेज जोड़े आ तो क्लीयरली दिखाई दे रहे हैं, ठीक है, देखो, ओके। तो इस तरह 3 इमेज बनते हैं। तो हुण विद्यार्थियों तुसीं मैनूं दसना है कि जेकर यही मिरर, ठीक है, इन्हां मिरर नूं असीं एक दूजे दे पैरेलल कर दईए, पैरेलल तो भाव है एक मिरर मान लो ये हैगा, ठीक है, तो विद्यार्थियों एक मिरर इस तरह रख दिता, उस तो बाद ये सामने एक मिरर जोड़ा असी होर रख दें हाँ, फिर ये विचकार अगर असी ऑब्जेक्ट रखांगे, ठीक है, तो फिर वो किन्ने प्रतिबिंब जोड़े आ वो दिखाई देणगे। ये आंसर तुसी मैनूं कमेंट बॉक्स दे विच जरूर लिख के दसना है कि किन्ने इमेज जोड़े आ वो बनने चाहिए ने, ठीक है। जेकर तुसी ध्यान नाल फार्मूला देखिया होएगा तो उहदे विच तुसी फार्मूले तो हुण ईजली कढ ही सकदे हो, ठीक है। 360/0 -1 वो तुसी आंसर हुण तुसी मैनूं दसना है कि कितना आंसर जिहड़ा आएगा। तो इसदा मतलब ये होया कि जिद्दां जिद्दां एंगल जिहड़ा वो डिक्रीज़ कर रहा है, ठीक है, एंगल डिक्रीज़ कर रहा है, नंबर ऑफ इमेज जिहड़े ने वो इनक्रीज़ करते हैं। ये साडी विचों एक्टिविटी सी जो कि प्रकाश के बहु परिवर्तन नाल संबंधित सी। सो विद्यार्थियों आस करते हाँ ये एक्टिविटी तुहानूं समझ आई होएगी, तुसी इंजॉय की होएगी, ठीक है। हैप्पी हॉलीडेज़ टू ऑल। सारे बच्चे अपना ध्यान रखन, गर्मी तो थोड़ी राहत है, अज बारिश होने के भी चांसिस हैगे ने, ठीक है। थैंक यू बच्चे, थैंक यू सो मच। एक बार फिर सैटअप तुसी देख सकते हो, ठीक है। लास्ट विच जो मैं तुहानूं क्वेश्चन पूछा है वह आंसर जिहड़ा तुसी जरूर देना है, ठीक है। तो ये एक्टिविटी सी मल्टीपल रिफ्लैक्शन बेस्ड, जिहदे विच नंबर ऑफ इमेज जिहड़े ने बिटवीन दी 2 मिरर्स, ठीक है, वो फार्मूला की है 360/θ -1, ओके। सो थैंक यू सो मच, ठीक है। ये डी जी है तुहानूं मैं दस दिता है सैटअप जिहड़ा वो किस तरह लगाया सी, ठीक है जी। थैंक यू बच्चे, थैंक यू सो मच, बाय बाय, टेक केयर, लव यू ऑल, गुड डे।